ਸਥਾਨ ਦਾ ਬੜਾ ਪ੍ਰਭਾਵ ਹੈ, ਸ਼ਬਦ ਦਾ ਆਪਣਾ ਪ੍ਰਭਾਵ ਹੈ। ਆ ਬੜੇ ਲੋਕ ਨੇ ਅੱਜ ਕੱਲ ਰੰਗ ਬਰੰਗੇ ਜਿਹੇ ਜਿਹੜੇ ਕਹਿੰਦੇ ਥਾਵਾਂ ਵਿੱਚ ਕੀ ਪਿਆ ਹੈ, ਗੁਰੂ ਸਾਹਿਬ ਨੇ ਥਾਵਾਂ ਛੱਡ ਦਿੱਤੀਆਂ ਸਨ। ਗੁਰੂ ਵਾਸਤੇ ਥਾਂ ਕੋਈ ਅਰਥ ਨਹੀਂ ਰੱਖਦਾ, ਕਿਉਂਕਿ ਗੁਰੂ ਜਿੱਥੇ ਪੈਰ ਰੱਖਦਾ ਉੱਥੇ ਹੀ ਥਾਂ ਬਣ ਜਾਂਦਾ ਹੈ। ਉਹ ਤਾਂ ਤਾਕਤਵਰ ਹੈ। ਗੁਰੂ ਜਿਹੜਾ ਹੈ ਉਹਦੇ ਵਿੱਚ ਤਾਂ ਤਾਕਤ ਹੈ, ਉਹਦੇ ਪਾਵਰ ਹੈ ਕਿ ਉਹਨੇ ਚਾਰਜ ਕਰ ਲੈਣਾ ਜਿਹੜੀ ਥਾਂ ਤੇ ਜਾਣਾ ਹੈ। ਉਹਦੇ ਵਾਸਤੇ ਥਾਂ ਕੋਈ ਅਰਥ ਨਹੀਂ ਰੱਖਦਾ। ਉਹ ਤਾਂ ਸਾਧ ਸੰਗਤ ਜੀ ਕਿਸੇ ਗਲਤ ਥਾਂ ਤੇ ਵੀ ਚਲਾ ਗਿਆ। ਗੁਰੂ ਤੇ ਬ੍ਰਹਮ ਗਿਆਨੀ ਦੀ ਇਹ ਅਵਸਥਾ, ਇੰਨੀ ਤਾਕਤ ਹੈ ਉਹਦੇ ਵਿੱਚ। ਇਸ ਕਰਕੇ ਤੁਸੀਂ ਸੁਣਦੇ ਹੋ ਕਿ ਇੱਕ ਸਾਧੂ ਇੱਕ ਬੇਸਵਾ ਦੇ ਦਰਵਾਜ਼ੇ ਨੂੰ ਜਾ ਉਹਨੇ ਖੜਕਾਇਆ, ਤੇ ਬੇਸਵਾ ਦੇ ਦਰਵਾਜ਼ੇ ਜਦੋਂ ਖੜਕਾਇਆ ਤੇ ਉਹਨੇ ਕੁੰਡਾ ਖੋਲਿਆ ਵੀ ਪਤਾ ਨਹੀਂ ਕੌਣ ਆਇਆ। ਜਦੋਂ ਕੁੰਡਾ ਖੋਲਿਆ ਤੇ ਵੇਖਿਆ ਕਿ ਸਾਧੂ ਦਾ ਲਿਬਾਸ ਹੈ, ਤੇ ਬੇਸਵਾ ਨੂੰ ਪਤਾ ਸੀ ਆਪਣੇ ਕਰਮ ਦਾ। ਵੇਖ ਕੇ ਸਾਧ ਸੰਗਤ ਜੀ, ਕਿਉਂਕਿ ਜਿਹੜੇ ਲੋਕ ਮਾੜੇ ਕਰਮ ਕਰਦੇ ਨੇ, ਕੁਦਰਤੀ ਮਨੁੱਖ ਦਾ ਸੁਭਾਅ ਹੈ ਜਿਹੜਾ ਉਹ ਕੰਮ ਕਰਦਾ ਹੈ, ਕੁਝ ਬੰਦਿਆਂ ਨੂੰ ਛੱਡ ਕੇ ਜ਼ਿਆਦੇ ਲੋਕ ਜਿਹੜਾ ਕੰਮ ਕਰਦੇ ਨੇ ਉਹਦੇ ਉਲਟ ਥਾਂ ਤੇ ਉਹਨਾਂ ਦਾ ਧਿਆਨ ਰਹਿੰਦਾ ਹੈ। ਇਹ ਮਨ ਦਾ ਸਰੂਪ ਹੀ ਇਸ ਤਰ੍ਹਾਂ ਦਾ। ਜੇ ਚੰਗਾ ਕੰਮ ਕਰਦਾ ਹੋਵੇਗਾ, ਮਨ ਕਿਤੇ ਮਾੜੇ ਕੰਮ ਵਿੱਚ ਲੱਗਾ ਹੋਵੇਗਾ। ਜੇ ਮਾੜਾ ਕੰਮ ਕਰਦਾ ਫਿਰ ਉੱਥੇ ਡਰਦਾ ਵੀ ਪਾਪ ਕਰ ਰਿਹਾ, ਚੰਗਾ ਕੰਮ ਕਰ ਲੈਣਾ ਸੀ। ਉਹ ਬੇਸਵਾ ਵੀ ਕਿਤੇ, ਬੇਸਵਾ ਦੇ ਕਿਤੇ ਜੀਵਨ ਦੇ ਕੋਨੇ ਦੇ ਵਿੱਚ ਵੀ ਧਰਮ ਸੀ। ਉਹਨੂੰ ਵੀ ਪਤਾ ਸੀ, ਕਿਉਂਕਿ ਪ੍ਰਮਾਤਮਾ ਤੇ ਸਾਰਿਆਂ ਦੇ ਵਿੱਚ ਹੈ ਨਾ। ਕਹਿੰਦੇ ਨੇ ਮਨੁੱਖ ਜਿੰਨਾ ਮਰਜ਼ੀ ਪਾਪੀ ਹੋ ਜਾਏ, 24 ਘੰਟਿਆਂ ਵਿੱਚ 1-2 ਸਕਿੰਟ ਵਾਸਤੇ ਪ੍ਰਮਾਤਮਾ ਉਹਦੇ ਅੰਦਰੋਂ ਜ਼ਰੂਰ ਪ੍ਰਗਟ ਹੁੰਦਾ ਹੈ, ਪਰ ਪਤਾ ਨਹੀਂ ਲੱਗਦਾ ਉਹ ਪਲ ਆਉਂਦਾ ਕਦੋਂ। ਇਸ ਲਈ ਮਹਾਰਾਜ ਕਹਿੰਦੇ ਸਾਵਧਾਨ ਰਿਹਾ ਕਰ, ਆਪਣੇ ਅੰਦਰ ਝਾਤੀ ਮਾਰ ਕੇ ਰੱਖ, ਧਿਆਨ ਮਾਰ ਕੇ ਰੱਖ, ਪਤਾ ਨਹੀਂ ਕਦੋਂ ਆ ਜਾਏ। ਇਸ ਲਈ ਮਹਾਰਾਜ ਕਹਿੰਦੇ ਦਿਨ ਵੀ ਗਾਵੋ ਰਹਿਣੀ ਗਾਵੋ, ਗਾਵੋ ਸਾਸ ਸਾਸ ਰਸਨਾਰੀ। ਦਿਨ ਰਾਤ ਧਿਆਨ ਰੱਖ 24 ਘੰਟਿਆਂ ਵਿੱਚ, ਤੇ ਖਾਸ ਤੌਰ ਤੇ ਦਿਨ ਦੇ 2 ਟਾਈਮ ਜਿਹੜੇ ਨੇ, ਇੱਕ ਸ਼ਾਮ ਤੇ ਇੱਕ ਸਵੇਰ, ਜਦੋਂ ਸੂਰਜ ਚੜ੍ਹਦਾ ਹੈ ਤੇ ਜਦੋਂ ਸੂਰਜ ਡੁੱਬਦਾ ਹੈ, ਉਸ ਟਾਈਮ ਤੇ ਜ਼ਿਆਦਾਤਰ ਸੰਭਾਵਨਾ ਹੈ ਮਨੁੱਖ ਪਰਮਾਤਮਾ ਦੇ ਬਹੁਤ ਨੇੜੇ ਹੁੰਦਾ ਹੈ, ਬਹੁਤ ਨੇੜੇ ਹੁੰਦਾ। ਜੇ ਥੋੜਾ ਜਿਹਾ ਵੀ ਉਦੋਂ ਧਿਆਨ ਕਰੇ ਤਾਂ ਉਹਦੀ ਸੁਰਤ ਅੰਦਰ ਜਾ ਸਕਦੀ ਹੈ। ਉਹ ਸਾਧੂ ਦਰਵਾਜ਼ੇ ਅੱਗੇ ਖਲੋਤਾ ਹੈ ਤੇ ਬੇਸਵਾ ਨੇ ਵੇਖਿਆ ਵੀ ਤੇ ਸਾਧੂ ਹੈ। ਉਹਨੇ ਕਿਹਾ ਕਿ ਬਾਬਾ ਇਹ ਤੇਰੇ ਆਉਣ ਵਾਲਾ ਘਰ ਨਹੀਂ ਹੈ। ਪਰ ਸਾਧੂ ਸੀ ਪੂਰਾ ਭਾਂਡਾ ਭਰਿਆ ਹੋਇਆ। ਹੁਣ ਹੋਵੇ ਕਿਵੇਂ ਦਾ, ਗੱਲ ਇਹ ਅਲੱਗ ਤੋਂ ਹੈ। ਕੋਈ ਭੇਖਤਾਰੀ ਵੀ ਹੋ ਸਕਦਾ ਹੈ, ਘੱਟ ਕਮਾਈ ਵਾਲਾ ਵੀ ਹੋ ਸਕਦਾ ਹੈ, ਹਰ ਤਰ੍ਹਾਂ ਦਾ, ਕਿਉਂਕਿ ਇਹ ਸੰਸਾਰ ਹੈ ਪਰਮੇਸ਼ਰ ਦਾ। ਇਹਦੇ ਵਿੱਚ ਜਿਸ ਨੇ ਸਾਧ ਸੰਗਤ ਜੀ ਧਰਮ ਨੂੰ ਜਾਂ ਧਰਮ ਨੂੰ ਜਿਨ੍ਹਾਂ ਨੇ ਕਮਾ ਲਿਆ, ਉਹਨਾਂ ਦੇ ਕੋਲ ਨਹੀਂ ਜਿਹੜਾ ਬੈਠਾ, ਉਹ ਧਰਮੀ ਜੇ ਕੱਲਾ ਬਣ ਗਿਆ ਤੇ ਸੰਸਾਰੀਆਂ ਤੋਂ ਵੀ ਭੈੜਾ ਹੋਵੇਗਾ। ਜਿਹਨੇ ਧਰਮ ਜਾਂ ਧਰਮ ਆ ਪੜ੍ਹਿਆ ਨਹੀਂ, ਜੇ ਪੜ੍ਹਿਆ ਨਹੀਂ ਤੇ ਘੱਟੋ ਘੱਟ ਸੰਗਤ ਪੜ੍ਹੇ ਹੋਏ ਜਾਂ ਕਮਾਈ ਵਾਲੇ ਬੰਦੇ ਦੀ। ਇੱਥੇ ਪੜ੍ਹਨ ਦਾ ਇਕੱਲਾ ਅਰਥ ਇਹ ਨਾ ਸਮਝਣਾ ਵਿਦਿਆ, ਕਿਉਂਕਿ ਧਰਮ ਦੀ ਜਿਹੜੀ ਅੱਖ ਹੈ ਉਹ ਇੱਕੋ ਵਕਤ ਮਾੜੇ ਤੇ ਚੰਗੇ ਨੂੰ ਪਰਮਾਤਮਾ ਦੀ ਹੀ ਸਿਰਜਣਾ ਮੰਨਦੀ ਹੈ। ਇਹ ਤੁਸੀਂ ਧਿਆਨ ਰੱਖਣਾ। ਕਦੀ ਮੈਂ ਜਾਪ ਸਾਹਿਬ ਦੇ ਵਿੱਚੋਂ ਇੱਕ ਗੱਲ ਕਹਿ ਦਿੰਦਾ। ਗੁਰੂ ਗੋਬਿੰਦ ਸਿੰਘ ਜਦੋਂ ਸਮਦ੍ਰਿਸ਼ਟੀ ਬਣੀ, ਸਮਦ੍ਰਿਸ਼ਟੀ ਦੇ ਵਿੱਚ ਕਹਿੰਦੇ ਨੇ ਇੱਕ ਘਰ ਹੈ, ਉਹਦੇ ਵਿੱਚ ਇੱਕ ਜਣਾ ਸ਼ਾਂਤ ਹੈ, ਇੱਕ ਜਣਾ ਕਲੇਸ਼ ਕਰਦਾ। ਆਪਣੇ ਘਰਾਂ ਵਿੱਚ ਆਮ ਹੀ ਦੋਵੇਂ ਤਰ੍ਹਾਂ ਦੇ ਸੁਭਾਵਾਂ ਦੇ ਜੀ ਮਿਲਣਗੇ। ਕਿਤੇ ਇਹ ਸੁਣੀਦਾ ਵੀ ਪਤਨੀ ਜਿਹੜੀ ਉਹ ਬਹੁਤ ਕਲੇਸ਼ ਕਰਦੀ, ਪਤੀ ਜੇ ਉਹਦੇ ਵੱਲ ਵੇਖੋ ਤਾਂ ਉਹ ਕਹਿੰਦਾ ਵੀ ਚਲੋ ਅੱਜ ਦਾ ਦਿਨ ਗੁਜ਼ਰ ਗਿਆ, ਠੀਕ ਹੈ, ਰਾਤ ਪੈ ਗਈ, ਸੌਣ ਦਾ ਟਾਈਮ ਹੋ ਗਿਆ, ਜਾਣ ਛੁੱਟੀ। ਇੱਕ ਦਿਨ ਤਾਂ ਨਿਕਲਿਆ ਜ਼ਿੰਦਗੀ ਦਾ, ਕਿਉਂਕਿ ਸਾਰਾ ਦਿਨ ਡਾਂਗ ਖੜਕਦੀ ਹੈ।
किते पत्नी किते पति कलेश करदा है। एक पासे शांत रूप है, एक पासे कलेश वाला रूप है। ते कलगीधर पातशाह कहंदे ने नमो कलै करता नमो शांत रूपे। पर इन्नी दृष्टि कलगीधर पातशाह वर्गी होवे किदे कोल जिहड़ा कलेश करन वाले दे विचों भी परमात्मा नूं वेख लैंदा है ते जिहड़ा शांत रहन वाले दे विचों भी परमात्मा नूं वेख लैंदा। ये बड़ी मुश्किल दृष्टि है। इसलिए जिहड़ा नीवीं पੱਧਰ दा धर्मी है वो संसारी नालों दुखी रहिंदा है, क्योंकि वो कहंदा आ माड़ा आ चंगा, आ माड़ा आ चंगा। वो इस काम विच फसिया रहेगा, सुक्का पुक्का रहेगा, बहुत ज़्यादा बड़ा खुश्क रहेगा, ਉਹਦੇ अंदर शांति नहीं आ सकती। इसलिए बड़ा औखा है, कठिन मार्ग है। इसलिए लोग कहते ने गल करो जां अंज दी ते जां अंज दी। साडे विच भी पैदा हो गए कि तुसीं कौन हो, किहड़ी किहड़ी लाइन दे विचों विज्ञान वाले हो कि शरधा वाले हो। साडे विच भी वो पैदा हो गए। ये तो अलग अलग तबीयतां ने मनुख दियां, अलग अलग सुभाਅ है। तो परमेश्वर ने अनेकता विच एक ने बनाया, अनेक बनाए ने, अनेक तरह के सुभाਅ पैदा किए। तो इक्को वक्त जिहड़ा साधु है यानी कि जिहड़ा ब्रह्म ज्ञानी है ਉਹਦੇ ਵਿੱਚ ਇੱਕੋ वक्त सारे परमात्मा ਦੇ ਜਿਹੜੇ पॉजिटिव ਤੇ ਨੈਗੇਟਿਵ गुण प्रगट हो ਜਾਂਦੇ। परमात्मा कई रूपों ਵਿੱਚ अवतार धारण करदा। इस लिए तुसीं वेखिया ना कि परमात्मा का एक जिहड़ा अवतार है वो बड़ा ही क्रोधित है, बहुत क्रोधित। वो किहड़ा अवतार है? बाणी विच ਉਹਦਾ नाम ही आया। गुरु साहब ने ਉਹਦਾ नाम भावें लिखिया कई थावां ते, लिखिया कई थावां ते, परमात्मा ही कह दिता सीधा। प्रहलाद नूं बचाउण वास्ते जदों नरसिंह रूप धारिया परमेश्वर ने, तां उदों दा रूप बड़ा क्रूर सी। तां गुरु साहब उत्थे भी कहंदे नमो क्रूर कर्मे। क्रूर रूप, क्रूर बड़ा ही क्रोधित, बड़ा क्रोधित रूप, उहदा अलग तो रूप सी। इस करके जिहड़ी दसम पातशाह दी बाणी है, अज आप जी शहीदां दी याद मना रहे हो, पर एक ऐसा गुरु है जिहदे पुत्र शहीद, पिता शहीद, माता शहीद, आप भी शहीद। पर साध संगत जी वो जिथे शस्त्र फड़ते हैं, जदों शस्त्र चलाउंदे ने कलगीधर पातशाह, उदों भी वड्डे वड्डे सूरमे दंग रह जाते हैं, हैरान रह जाते हैं। पर जदों कलम चलाउंदे ने उदों भी लिखारी हैरान रह जाते हैं, एडी तेज कलम चलती है। कई हुण कहंदे ने बई ये दसम ग्रंथ अंग्रेज़ां ने इकट्ठा करके बना दिता सी। कोई कुछ कहंदा, जो मूँह आया अज कमरे दे विच मीडिया आ गया, बोली जाते हैं बई इन्नी कहंदे इन्ने टाइम दे विच बंदा इन्ना कुछ लिख किवें सकदा है। गुरु गोबिंद सिंह महाराज ने किवें लिख लिया इन्ना कुछ? बड़े बड़े तर्क दे के, बड़ियां बड़ियां गल्लां दे नाल इस चीज़ नूं खंडन करना। और कई तां सीधा कर देंदे, मैं उन्हां नूं चंगा समझना। क्यों? आम भोले भाले सिख नूं पता लग जांदा भी बंदा किवें बोलदा है। ते कई ऐसे ढंग नाल बोलते ने वो पता नहीं लगन देंदे। थोड़े दिनों मैं सुन रहा सी एक विद्वान बहुत बड़ा, ये नारा तुसीं आम सुनोगे, एक पंथ ते एक ग्रंथ। वेखण विच बड़ा सोहना लगेगा तुहानूं, पर यह एक बड़े सोहने लफ्जां दे विच वलेटिया होया एक वो रूप है जिहड़ा दसम पातशाह दी बाणी नूं खंडन करदा है। जदों एक ग्रंथ की गल उत्थे कहना चाहिए भी गुरु ग्रंथ साहब एक साडे सुप्रीम, साडे पूरे गुरु हन। गुरु गुरु ग्रंथ साहब जी हन। ते आ जिहड़ा ग्रंथ है दसम पातशाह जी का ग्रंथ, जिहदे विच जाप साहब आउंदा, जिहदे विच सवैये आउंदे ने, जिहदे विच चौपी आउंदी, वो बड़े मतलब साइलेंस रूप दे विच जदों क्या एक ग्रंथ बाकी चुप करके उसका मतलब सी दूजा ग्रंथ असी नहीं मनते, ते दूजा ग्रंथ ना मनन का मतलब सी असी जाप साहब नहीं मनते, असी चौपी साहब नहीं मनते।
क्यों चौपी साहब चरित्रां दे अखीर ते आउंदा। तां चुप करके अमृत दा खंडन कर दिता। जदों ये नारा लाया उदों पंज ककारां दा भी खंडन कर दिता। बाहरला रूप आवेगा किथों? आ मैं वेख रहा सतगुरु दे प्रकाश दे दोवां पासे दो सिंह श्री साहिबां लैके खड़े ने, नंगियां श्री साहिबां लैके। तो ये बड़ा वधिया एक कंसैप्ट है सिक्खी का। शस्त्र शब्द दे नाल होने बड़े जरूरी ने। अज तो होर भी प्रतख हो गया। अज साडियां कीतियां हुईयां गलतियां करके गुरु साहब की बेअदबी हो रही है। जिहड़ी साडे प्रैस जिहड़े सन, जिहड़े छापण वाले गुरु ग्रंथ साहब, जिन्हां ने बिना कुछ सोचण समझण तो धड़ाधड़ गुरु ग्रंथ साहब के स्वरूप सज छापने शुरू कर दिता और लोगों ने इस चीज़ नूं माहौल बना लिया। अमीर लोगों ने, बाहरले विदेशों के विच, इत्थे भी कई थावां ते कई ऐसे लोग ने जिन्हां दा एक पूरा कमरा दुनिया भर दे शराब दीयां बोतलों दे नाल भरिया होया है ते नाल दे कमरे विच गुरु ग्रंथ साहब दा प्रकाश। और जे गल करो फिर कहणगे ये ते कट्टरवाद करदे ने, कट्टरता करदे ने। लोड़ की तुहानू गुरु ग्रंथ साहब दी? गुरुद्वारा है, गुरु घर है, तुसी पोथियां लै लो, तुसी सैंचियां लै लो, उहदे तो सहज पाठ कर लो, कुछ तां सत्कार करो स्वरूप दा। गुरु घर जाओ ते नमस्कार करो। पर नहीं, इन्हां अमीर जादियां ने सोचिया भी बाकी चीज़ां दे सारियां खरीद ही लियांदियां ने, इक्को गुरु ही ते रह गया, वो भी खरीद के लियाओ, अपने अंदर रखो। लिया खरीद के लियाना, होर की करना इन्होंने? ना सुनना है ते ना मनना है। मैं नहीं कहता भी मैं पूरा मन लांगा, पूरा तो गुरु ग्रंथ साहब विच इन्ना सख्त ज्ञान है, जिदन इनू मनुख पूरा मनेगा उन्होंने शहीद होना पेगा। दुनिया दे विच शहीदी देनी पैगी उन्हें। आ जिहड़े नहीं सन मनते 84 विच बथेरे निकल आए। मैं नहीं कहता भी निकलना माड़ा सी, जिहड़े नीति तहत निकले सन वो चंगा सी। वो हारे नहीं सन, उन्होंने नीति वरती सी, अलग सी। पर बड़े इस तरह दीयां लाशां सन उत्थे जिहड़ियां अजे भी तुरियां फिरदियां ने, जिन्हां ने उन्हां नूं चिट्ठियां पा के सद्दिया भी आओ इत्थे, वो अजे भी तुरे फिरदे ने। तो ये गुरु ग्रंथ साहब महाराज सच्चे पातशाह ते कलगीधर पातशाह का जिहड़ा सिद्धांत, जिहड़ा मैं शुरू विच गल कीती सी कि एक गुरु साहब ने संपूर्णता दिती है, संपूर्णत मनुख नूं जन्म दिता है जो तुहाडे कोल है। और ये बड़ी बड़ी त्रासदी दी गल है, इस पंजाब दी धरती ते अंदरला स्वरूप ते किसे कोल है कि नहीं, ये ते लग तो गल है। बाहरला स्वरूप साडे कोलों बहुत परसेंट खत्म हो चुका है। पंजाब दी धरती दा बहुत परसेंट बाहरला। और इहदे विच ये योगदान अगे असीं कहंदा सा कलाकारां दा योगदान है भी उन्होंने अखाड़े लाए, उन्होंने अश्लील गाने गाए, अगे तो उन्होंने कहते सी ना। हुण साडे उन्हां प्रचारकां दा बड़ा वड्डा योगदान है जिहड़े 1 घंटे बाद एक पोशाक बदलते हैं, कदी इधर दा मूँह करके, कदी इधर दा मूँह करके। ते बहुते लोग तां मूँह ही वेखण जांदे ने लोकां दा भी किवें दा है, सुणन कौन जांदा है, कमीज किवें दा, पग किवें दी बन्नी है। आ एक हौला जिहा साध बाहर गया सी, मैं हैरान हो गया सुन के गल। मैनू एक सिंह ने दसिया, कहंदे एक प्रचारक इत्थे आउंदा है, गिरगट वांगू रंग बदलदा, बड़े कपड़े बड़े बदलदा है। ते एक होर हैरानी दी गल है, मैं कहा वो किहड़ी? कहंदे जेड़े उहदे परिवार प्रेमी ने ना नज़दीकी जेड़े ज़्यादे, वो पहला पता करदियां ने बीबियां बई बाबा जी नूं पुछो ना कल दे दीवान विच पग किहड़ी बंधनी है।
जे उन्हां गुलाबी पग बंधनी है तो बीबियां ने गुलाबी चुन्नी लैनी है। ये हुंदा है। ये हाल होना सी संतताई दा ते साडे दीवानां दा, और लोकी भरपूर उत्थे वाधू लोग। मैं कहा ते बड़ी माड़ी गल है, क्योंकि साडे समाज दे विच पग ते चुन्नी इक्को जी पता किन्ना दी हुंदी है। जदों नवां नवां विआह हुंदा ना बच्चे बच्ची दा, वो साल दो वो करते ने काम भी जिवें दा बच्ची ने सूट चुन्नी पर लई उन्हें ते पति ने उवें दी पग बन्नी हुंदी इक्को रंग दी। ये हालात हो गई साडे विच ये ठगियां दी। तां गुरु ग्रंथ साहिब दे विच जिहड़ी गल सी, मैं दूजा पक्ष भी तुहाडे नाल साझा कीता शुरू दे विच कि जे कल्ला बाहरला भेख है ते अंदर दीवा है नहीं जगया, वो भी व्यर्थ चला जाएगा। इस करके अंदर संत ते बाहर सिपाही। कलगीधर पातशाह कहंदे धन जियो तेह को जग में, मुख ते हर चित मह जुद विचारे। ओ मनुख, ओ मेरा खालसा जिहड़ा कलगीधर पातशाह ने साजिया, कहंदे धनता दे योग है। और ये शहीद जिहड़ा शब्द है, साध संगत जी मैं पिछे भी एक दिन बेनती कीती सी, समय दी लोड़ है कि शहीद परंपरा दा कौम दे विच सही तरीके नाल प्रचार किया जाए कि शहीद एक जामे दा नाम है, शहीद एक जून दा नाम नहीं। जूना मरदियां ने ते जमदियां ने, शहीद सदा एक जामे नूं धारण करदा है और अपनी कौम दी सेवा करदा। जेड़े सिंह शहीद होए ने गुरु के प्यार दे विच, उन्हां नूं एक जामा मिलदा है। मैं उत्थे बेनती कीती सी, पंथ दे ये तीन रूप ने, एक शब्द दा रूप है, ज्ञान दा रूप है। गुरु ग्रंथ साहिब जी दे शब्द दे ज्ञान दे नाल अपने आप नूं डेवलप करना, अपने आप नूं घाड़त घड़नी अपने आप दी, अपने मनुखा जिहड़ा अंदर जोत है उहदे दुआले लगी हुई मैल जिहड़ी है साडे गलत ख्यालां ते कर्मां दी विचारां दी पुरातन, उहनूं लाउणा एक शब्द दा कंसैप्ट है साडे पंथ दा। ये पहली चीज़ है, शुरुआत है। ये पहला कंसैप्ट है, इहदे ते काम करना बड़ा जरूरी है। शब्द सुरत दे अभ्यास तो बिना ये नहीं हो सकता। अपने आपे ते जिहड़ी पूर्व लिखिया पाया, जिहड़ी पूर्व दा कर्म है जिहड़ा साडे अंदर ओला बन गया, रुकावट बन गया, गुरु दे नाल साडा कनैक्शन नहीं होण दिंदा, जोड़ नहीं पैण दिंदा। पहला उहनूं हटाउणा बड़ा जरूरी है। पहला साध संगत जी आपां किसे घर विच जाइए, सब तो पहला की करने आ, हुण आपां इत्थे आए हाँ, आपां जदों अपने घर जावांगे पहला काम किहड़ा करांगे? लाइट जगावांगे ना पहला, तां ही दिसेगा ना घर दे विच की है। तां पहला बाणी नूं अंदर लैके जाओ। इस करके मैं बेनती करांगा, आपो अपने पिंड दे विच, जिहड़े पिंड विच तुसीं हो, जे तुहानूं गुरु की बाणी जिहड़ी है ओहदी सोझी है ते गुरबाणी दी संथ्या शुरू करो। गुरबाणी दी संथ्या बच्चियां नूं वड्डियां नूं प्रेर के, कोई सिख स्वरूप दे विच है, कोई उहदे वाल कट्टे हुए ने, सारियां नूं संथ्या कराओ। क्योंकि बाणी जदों अंदर चली गई, उन्हें साध संगत जी बाणा अपने आप पैदा कर देना है। क्योंकि बाणी पहला पैदा हुई सी, बाणा बाद विच पैदा होया सी। चार पैसे होण ते बंदा फिर ही बटवा लेंदा ना साध संगत जी, पहला बटवा थोड़ी खरीददा। पहला बाणी पढ़ाओ इन्हां नूं सारियां नूं। इन्हां नूं जिहड़े नौजवान पतित आपां कहने आ, पतित शब्द जिहड़ा ना वो तां उदों हुंदा जदों बंदा अंदरों टुट जाए, बिल्कुल जदों बिल्कुल अंदरों टुट जाए। थोड़ा जिहा टाइम दा नहीं मैनूं पता लग रहा इत्थे, तां जदों समा हो जाए इत्थे पर्ची रख देना। सो साध संगत जी, ये रूप है जिहड़ा खालसे दा, ये दोवां हिस्सिਆਂ ਨੂੰ ਮਿਲਾ ਕੇ ਬਣਾਇਆ।
ਪਹਿਲਾਂ ਅੰਦਰ ਬਾਣੀ ਜਾਏ, ਪਹਿਲਾਂ ਗੁਰੂ ਕੀ ਸਿੱਖੀ ਜਾਏ। ਇਸ ਕਰਕੇ ਸਭ ਤੋਂ ਵੱਡੀ ਅੱਜ ਦੀ ਲੋੜ ਹੈ, ਆਪਾਂ ਕਹਿੰਦੇ ਪੰਥ ਵਾਸਤੇ ਕੀ ਕਰੀਏ, ਜਾਂ ਸਾਡੇ ਬੇਅਦਬੀਆਂ ਹੋ ਰਹੀਆਂ ਨੇ, ਤਖਤ ਸਾਹਿਬ ਤੇ ਬੇਅਦਬੀ ਹੋ ਗਈ, ਤਖਤ ਸਾਹਿਬ ਤੇ ਬੇਅਦਬੀ ਹੋ ਗਈ। ਉਹ ਤਾਂ ਬੇਅਦਬੀ ਹੋਈ, ਉਹ ਅਸੀਂ ਪ੍ਰਚਾਰ ਕੀਤਾ ਵੀ ਸ਼ਸਤਰਾਂ ਦੀ ਕੋਈ ਲੋੜ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਮੈਂ ਤੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ 5 ਸਿੰਘਾਂ ਤੋਂ ਬਿਨਾ ਹੋਣਾ ਹੀ ਨਹੀਂ ਚਾਹੀਦਾ। 5 ਸਿੰਘ ਉੱਥੇ ਬਾਡੀਗਾਰਡ ਹੋਣੇ ਚਾਹੀਦੇ ਨੇ। ਛੋਟੇ ਤੋਂ ਛੋਟਾ ਬੰਦਾ ਬਾਡੀਗਾਰਡ ਲਈ ਫਿਰਦਾ। ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਕਰਨੇ ਆ, ਜਿੰਨੇ ਥੋੜੇ ਸਰੂਪ ਪ੍ਰਕਾਸ਼ ਹੋਣਗੇ ਓਨੀ ਸ਼ਰਧਾ ਵਧੇਗੀ, ਘਟਦੀ ਨਹੀਂ ਸਾਡੀ। ਇਸ ਕਰਕੇ ਜਿਹੜਾ ਅਸੀਂ ਇਹ ਵਾਧੂ ਕੰਮ ਕਰ ਦਿੱਤਾ, ਲੈਣਾ ਲਾ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀਆਂ, ਇਹਦਾ ਸਿੱਟਾ ਨਿਕਲਿਆ ਹੈ। ਔਰ ਇਹ ਜਿਹੜੀਆਂ ਪਦਛੇਦ ਪੋਥੀਆਂ ਕੀਤੀਆਂ ਸਨ, ਇਹ ਸਨ ਪੋਥੀਆਂ ਸਰੂਪ ਜਿਹੜੇ ਗੁਟਕੇ ਸਨ, ਵੀ ਜਿਨ੍ਹਾਂ ਨੂੰ ਨਹੀਂ ਬਾਣੀ ਪੜ੍ਹਨੀ ਆਉਂਦੀ ਪਹਿਲਾਂ ਇੱਥੋਂ ਸ਼ੁਰੂ ਕਰਨ, ਤੇ ਫਿਰ ਲੜੀਵਾਰ ਤੇ ਸਰੂਪ, ਜਿਹੜੇ ਸਰੂਪ ਸਨ ਸਾਰੇ ਲੜੀਵਾਰ ਸਨ। ਤੇ ਜਦੋਂ ਲੜੀਵਾਰ ਸਰੂਪ ਆ ਜਾਣਗੇ ਉਦੋਂ ਸਾਧ ਸੰਗਤ ਜੀ ਫਿਰ ਅਖੰਡ ਪਾਠੀ ਵੀ ਬਿਰਲੇ ਹੀ ਹੋਣਗੇ ਉਹਦੇ, ਕਿਉਂਕਿ ਉਹਦੇ ਤੋਂ ਬਾਣੀ ਪੜ੍ਹਨੀ 25 ਵਾਰੀ ਸੰਥਿਆ ਕੀਤੀ ਹੋਵੇਗੀ ਤੇ ਤਾਂ ਬਾਣੀ ਪੜ੍ਹੀ ਜਾਣੀ ਲੜੀਵਾਰ ਸਰੂਪ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਦੋਵੇਂ ਰੂਪ ਸਿੱਖ ਨੂੰ ਦਿੱਤੇ ਨੇ। ਧੰਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਮਨ ਦੇ ਵਿੱਚ ਸੰਘਰਸ਼ ਦੀ ਸੋਚੇ, ਸੰਘਰਸ਼ ਕਰਨਾ ਹੈ। ਕਿੱਥੇ ਕਰਨਾ ਹੈ? ਪਹਿਲਾਂ ਸਿੱਖੀ ਦੇ ਪ੍ਰਚਾਰ ਵਾਸਤੇ ਸੰਘਰਸ਼ ਕਰਨਾ ਹੈ। ਪੰਥ ਪਰਚੁਰ ਕਰਬੇ ਕੋ ਸਾਜਾ, ਜੋ ਕੁਝ ਮੈਨੂੰ ਮਿਲਿਆ ਮੈਂ ਯਤਨ ਕਰਨਾ ਹੈ। ਹਾਂ, ਦੀਵੇ ਦੇ ਵਿੱਚ ਆਪਣੇ ਵਿੱਚ ਤੇਲ ਚਾਹੀਦਾ ਹੈ, ਨਹੀਂ ਤੇ ਥੋੜੇ ਦਿਨਾਂ ਵਿੱਚ ਉਹਦੀ ਬੱਤੀ ਸੜ ਜਾਂਦੀ ਹੈ, ਸੁੱਕ ਜਾਂਦੀ ਹੈ। ਨਿਤਨੇਮ ਹੋਣਾ ਚਾਹੀਦਾ ਜੇ ਪ੍ਰਚਾਰ ਕਰਨਾ ਹੈ। ਸੋ ਇਹ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ, ਦੇਹ ਅਨਿਤ। ਪਰ ਇਹ ਕੰਮ ਉਹ ਕਰੇਗਾ ਜਿਹੜਾ ਦੇਹ ਨੂੰ ਅਨਿਤ ਜਾਣਦਾ, ਭਾਵ ਨਾਸ਼ਮਾਨ ਜਾਣਦਾ। ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜ੍ਹੈ, ਭਾਵ ਸਾਗਰ ਤਾਰੈ। ਜਸ ਮੈਨੇ ਵਾਹਿਗੁਰੂ ਦੀ ਉਸਤਤ ਵਡਿਆਈ ਰੂਪੀ ਨਾਵ ਦੇ ਉੱਤੇ ਚੜ੍ਹ ਕੇ, ਬੇੜੀ ਦੇ ਉੱਤੇ ਚੜ੍ਹ ਕੇ ਇਸ ਵਿਕਾਰਾਂ ਦੇ ਭਵ ਸਾਗਰ ਨੂੰ ਪਾਰ ਕਰ ਜਾਏ। ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਗਿਆਨੈ ਕੀ ਬੜਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਸੋ ਸਾਧ ਸੰਗਤ ਜੀ, ਕਾਤਰਤਾ ਦੀ ਗੱਲ ਚੱਲੀ ਸੀ, ਕਾਇਰਤਾ ਦੀ ਗੱਲ। ਕਾਇਰਤਾ ਸਾਨੂੰ ਅੰਦਰੋਂ ਕੱਢਣੀ ਪਏਗੀ, ਡਰ ਖਤਮ ਕਰਨਾ ਪਏਗਾ। ਅਸੀਂ ਡਰੇ ਹੋਏ ਹਾਂ, ਅੱਜ ਇੱਕ ਦੂਜੇ ਨੂੰ ਸਲਾਹ ਦੇ ਰਹੇ ਹਾਂ ਵੀ ਆਹ ਕਰ ਦੇਣਾ ਚਾਹੀਦਾ ਹੈ, ਉਹ ਕਰ ਦੇਣਾ ਚਾਹੀਦਾ ਹੈ। ਉਹਦੇ ਤੋਂ ਪਹਿਲਾਂ ਆਪਾਂ ਆਪ ਕਰ ਦਈਏ। ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਅਸੀਂ ਤੁਸੀਂ ਕਰੋ, ਅਸੀਂ ਪਿੱਛੋਂ ਤੁਹਾਡੇ ਆਵਾਂਗੇ। ਸਲਾਹਾਂ ਦੇ ਜਿਨ੍ਹਾਂ ਨੇ ਕਰਨਾ ਹੁੰਦਾ ਉਹ ਸਲਾਹਾਂ ਨਾ ਦੇਣ ਜਾਂਦੇ ਨੇ ਨਾ ਲੈਣ ਜਾਂਦੇ ਨੇ। ਪਤਾ ਉਦੋਂ ਲੱਗਦਾ ਜਦੋਂ ਕੰਮ ਉੱਥੇ ਹੋ ਕੇ ਪਿਆ ਹੁੰਦਾ। ਇਸ ਕਰਕੇ ਬਾਣੀ ਨੂੰ ਪਿੰਡਾਂ ਦੇ ਵਿੱਚ ਪੜ੍ਹੀਏ, ਸੁਣੀਏ, ਆਪਾਂ ਗੁਰਬਾਣੀ ਦੀ ਸੰਥਿਆ ਦਾ ਪ੍ਰਵਾਹ ਚਲਾਈਏ। ਸੋ ਨਗਰ ਦੀ ਸੰਗਤ ਵੱਲੋਂ, ਇਲਾਕੇ ਦੀ ਸੰਗਤ ਵੱਲੋਂ ਇਹ ਵਿਸ਼ੇਸ਼ ਸਮਾਗਮ ਰੱਖੇ ਗਏ ਨੇ। ਯਤਨ ਕਰੀਏ, ਬਾਣੀ ਨਾਲ ਜੁੜੀਏ, ਬਾਣੇ ਨਾਲ ਜੁੜ ਕੇ ਕਲਗੀਧਰ ਪਾਤਸ਼ਾਹ ਦੁਆਰਾ ਦਿੱਤਾ ਹੋਇਆ ਸੰਪੂਰਨ ਖਾਲਸੇ ਦਾ ਸਰੂਪ ਜਿਹੜਾ ਉਹਨੂੰ ਆਪਣੇ ਜੀਵਨ ਵਿੱਚ ਧਾਰੀਏ ਔਰ ਪੰਜਾਬ